हाँ जी, गुरु प्यार वालिओ, ਅਸੀਂ ਗੁਰੂ ਰਾਮਦਾਸ ਜੀ ਦੇ ਜੀਵਨ ਇਤਿਹਾਸ ਨੂੰ ਅਤੇ ਉਹਨਾਂ ਦੀ ਬਾਣੀ ਅਤੇ ਬਾਣੀ ਵਿੱਚ ਆਏ ਪ੍ਰਮੁੱਖ ਗੁਰਮਤਿ ਸਿਧਾਂਤਾਂ ਨੂੰ ਕਈ ਦਿਨ ਤੋਂ ਸਮਝਣ ਦਾ ਯਤਨ ਕਰ ਰਹੇ ਹਾਂ। ਹੁਣ ਅਸੀਂ ਗੁਰੂ ਰਾਮਦਾਸ ਜੀ ਦੇ ਜੋ ਇਤਿਹਾਸ ਹੈ, ਉਹ ਜੋ ਕਿਤਾਬ ਅਸੀਂ ਪੜ੍ਹ ਰਹੇ ਹਾਂ, ਉਹਦੇ ਅਖੀਰਲੇ ਪੜਾਅ ਵਿੱਚ ਪੁੱਜ ਚੁੱਕੇ ਹਾਂ। ਪੇਪਰ ਦੀ ਤਰੀਕ ਵੀ ਨੇੜੇ ਆ ਰਹੀ ਹੈ, ਸੋ ਅੱਜ ਅਸੀਂ ਵੇਖਾਂਗੇ ਵਿੱਚੋਂ ਕਿ ਗੁਰੂ ਰਾਮਦਾਸ ਜੀ ਦੀ ਬਾਣੀ ਦੇ ਵਿੱਚ ਜੋ ਇਤਿਹਾਸਿਕ ਘਟਨਾਵਾਂ ਦਾ ਜ਼ਿਕਰ ਹੈ, ਕਿਉਂਕਿ ਬਹੁਤ ਸਾਰੇ ਲੋਕ ਆਪ ਜੀ ਨੂੰ ਇਹ ਕਹਿੰਦੇ ਸੁਣਦੇ ਮਿਲਣਗੇ ਕਿ ਗੁਰਬਾਣੀ ਦੇ ਵਿੱਚ ਇਤਿਹਾਸ ਦਾ ਜ਼ਿਕਰ ਨਹੀਂ ਹੈ, ਤੇ ਕਈ ਇਹ ਗੱਲ ਕਹਿੰਦਿਆਂ ਹੋਇਆਂ ਸੁਣਦੇ ਮਿਲਣਗੇ ਕਿ ਗੁਰਬਾਣੀ ਦੇ ਵਿੱਚ ਇਤਿਹਾਸ ਦਾ ਵੀ ਜ਼ਿਕਰ ਹੈ। ਬਹੁਤ ਸਾਰੇ ਸ਼ਬਦਾਂ ਦੀ ਉਥਾਨਕਾ ਮਿਲ ਜਾਂਦੀ ਹੈ ਤੇ ਕਈ ਸ਼ਬਦਾਂ ਦੀ ਜੋ ਹੈ ਉਹ ਉਥਾਨਕਾ ਸਾਨੂੰ ਨਹੀਂ ਮਿਲਦੀ ਹੈ। ਉਥਾਨਕਾ ਤੋਂ ਭਾਵ ਹੈ ਕਿ ਉਹਦਾ ਇਤਿਹਾਸਿਕ ਪਿਛੋਕੜ, ਜਿਵੇਂ ਕਿ ਆਪ ਜੀ ਗੁਰੂ ਨਾਨਕ ਸਾਹਿਬ ਜੀ ਦਾ ਸ਼ਲੋਕ ਸੁਣਦੇ ਹੋ, ਆਸਾ ਕੀ ਵਾਰ ਦੇ ਵਿੱਚ ਦਿਆ ਕਪਾ ਸੰਤੋਖ ਸੂ ਜਤ ਗੰਢੀ ਸਤ ਵਟ। ਹੁਣ ਇਹਦਾ ਸਾਨੂੰ ਪਤਾ ਲੱਗ ਜਾਂਦਾ ਵੀ ਪੰਡਿਤ ਹਰਦਿਆਲ ਜੀ ਨਾਲ ਗੱਲਬਾਤ ਚੱਲ ਰਹੀ ਹੈਗੀ ਹੈ। ਇਸ ਤਰ੍ਹਾਂ ਜਿਹੜਾ ਹੈ ਗੁਰੂ ਅਰਜਨ ਸਾਹਿਬ ਜੀ ਦੇ ਕਈ ਸ਼ਬਦ ਨੇ ਜਿਨ੍ਹਾਂ ਵਿੱਚ ਆਪ ਜੀ ਵੇਖਦੇ ਹੋ ਕਿ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜ਼ਿਕਰ ਕਰਦੇ ਨੇ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ। ਇਹ ਵੀ ਸਾਖੀ ਨੂੰ ਸਾਨੂੰ ਪਤਾ ਹੈ ਵੀ ਸੂਲੀ ਖਾਂ ਜਿਹੜਾ ਹੈ ਉਹ ਚੜ ਕੇ ਆ ਰਿਹਾ ਸੀ ਤੇ ਉਹਨੂੰ ਗੁਰੂ ਅਰਜਨ ਸਾਹਿਬ ਜੀ ਨੇ ਜਿਹੜਾ ਹੈ ਉਹ ਪ੍ਰਭੂ ਦੇ ਆਸਰੇ ਛੱਡ ਦਿੱਤਾ ਕਿ ਰੱਬ ਆਪੇ ਸਾਡੀ ਜਿਹੜਾ ਰਾਖੀ ਉਹ ਕਰੇਗਾ। ਸੋ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਵੇਲੇ ਦੇ ਇਤਿਹਾਸ ਦਾ ਵੀ ਜ਼ਿਕਰ ਕੀਤਾ ਹੈ ਅਤੇ ਉਹਨਾਂ ਨੇ ਜਿਹੜਾ ਹੈ ਉਹ ਕੁਝ ਆਪਣੇ ਸਮੇਂ ਦੇ ਇਤਿਹਾਸ ਦਾ ਵੀ ਜ਼ਿਕਰ ਕੀਤਾ ਹੈ। ਜਿਵੇਂ ਇਹਦਾ ਹੈਡਿੰਗ ਹੈ, ਇਹ ਡਿਟੇਲ ਆਪ ਜੀ ਨੇ ਪੜ੍ਹ ਲੈਣੀ ਹੈ, ਮੈਂ ਕੇਵਲ ਹਵਾਲੇ ਸਮਝਾਵਾਂਗਾ। ਅਭੀਜ ਪੂਰਵ ਸਮੇਂ ਗੁਰੂ ਅਮਰਦਾਸ ਜੀ ਦਾ ਪ੍ਰਚਾਰ ਦੌਰਾ। ਅਭੀਜ ਪੂਰਵ ਜਿਹੜਾ ਹੈ ਉਹ ਹਿੰਦੂਆਂ ਦੇ ਵਿੱਚ ਬੜਾ ਖਾਸ ਪੁਰਬ ਹੈਗਾ, ਔਰ ਅਭੀਜ ਪੁਰਬ ਦੇ ਸਮੇਂ ਤੀਰਥ ਇਸ਼ਨਾਨ ਕੁਰੂਸ਼ੇਤਰ ਦਾ ਬੜਾ ਮਹੱਤਵ ਰੱਖਦਾ ਸੀਗਾ ਸਨਾਤਨ ਲੋਕਾਂ ਦੇ ਵਿੱਚ। ਤੇ ਸਨਾਤਨੀ ਲੋਕ ਜਿਹੜੇ ਨੇ ਉਹ ਅਭੀਜ ਪੁਰਬ ਨੂੰ ਖਾਸ ਮੰਨਦੇ ਸੀਗੇ। ਗੁਰੂ ਅਮਰਦਾਸ ਮਹਾਰਾਜ ਇਸ ਮੌਕੇ ਤੇ ਉੱਥੇ ਗਏ ਤੇ ਸਤਿਗੁਰੂ ਜੀ ਨੇ ਉੱਥੇ ਜਿਹੜਾ ਹੈ ਉਹ ਲੋਕਾਂ ਨੂੰ ਉਪਦੇਸ਼ ਦਿੱਤਾ ਗੁਰਮਤਿ ਦਾ ਕਿ ਭਾਈ ਇਸ ਤਰ੍ਹਾਂ ਖਾਸ ਪੁਰਬ ਤੇ ਅਭੀਜ ਪੁਰਬ ਦੇ ਮੌਕੇ ਤੇ ਇਸ਼ਨਾਨ ਕਰਨ ਨਾਲ ਕੁਝ ਨਹੀਂ ਬਣਨਾ ਜਦ ਤੱਕ ਤੁਸੀਂ ਰੱਬ ਦੀ ਪੂਜਾ ਨਹੀਂ ਕਰਦੇ। ਇਹ ਗੁਰੂ ਰਾਮਦਾਸ ਜੀ ਨੇ ਇਸ ਸਾਰੀ ਵਾਰਤਾ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੁਖਾਰੀ ਰਾਗ ਦੇ ਇੱਕ ਛੰਤ ਵਿੱਚ ਲਿਖਿਆ ਹੋਇਆ ਹੈ। ਸ਼ਬਦ ਆਪਣੇ ਆਪ ਵਿੱਚ ਵੱਡਾ ਹੈਗਾ, ਪਰ ਇੱਕ ਸਾਡੇ ਕੋਲ ਗੁਰੂ ਰਾਮਦਾਸ ਮਹਾਰਾਜ ਜੀ ਵੱਲੋਂ ਗੁਰੂ ਅਮਰਦਾਸ ਜੀ ਦੇ ਖਾਸ ਪ੍ਰਚਾਰ ਦੌਰੇ ਦਾ ਜ਼ਿਕਰ ਹੈ। ਇਸ ਸ਼ਬਦ ਵਿੱਚ ਕੇਵਲ ਮੈਂ ਸ਼ਬਦ ਪੜ੍ਹ ਕੇ ਸੁਣਾਵਾਂਗਾ ਕਿਉਂਕਿ ਅੱਖਰੀ ਅਰਥ ਵਾਸਤੇ ਘੰਟੇ 2 ਘੰਟੇ ਚਾਹੀਦੇ ਹੈ, ਪਰ ਨਾਲ ਸਾਨੂੰ ਜਦੋਂ ਅਸੀਂ ਪੜਾਂਗੇ ਸਮਝ ਆਣੀ ਸ਼ੁਰੂ ਹੋ ਜਾਏਗੀ। ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਨਾਵਣ ਪੂਰਬ ਅਭੀਚ ਗੁਰ ਸਤਗੁਰ ਦਰਸ ਭਇਆ, ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ, ਗੁਰ ਦਰਸ ਪਾਇਆ ਅਗਿਆਨ ਗਵਾਇਆ, ਅੰਤਰ ਜੋਤ ਪ੍ਰਗਾਸੀ, ਜਨਮ ਮਰਨ ਦੁਖ ਖਿਨ ਮੈਂ ਬਿਨਸੇ, ਹਰ ਪਾਇਆ ਪ੍ਰਭ ਅਬਨਾਸੀ। ਹਰ ਆਪ ਕਰਤੈ ਪੂਰਬ ਕੀਆ, ਸਤਿਗੁਰੂ ਕੁਲੁ ਖੇਤ ਨਾਵਣ ਗਿਆ, ਨਾਵਣ ਪੂਰਬ ਅਭੀਚ ਗੁਰ ਸਤਿਗੁਰ ਦਰਸ ਪਿਆ। ਇਹ ਪਹਿਲਾ ਬੰਦ ਸੀਗਾ ਕਿ ਅਭੀਚ ਦੇ ਮੌਕੇ ਤੇ ਗੁਰੂ ਅਮਰਦਾਸ ਮਹਾਰਾਜ ਉੱਥੇ ਗਏ। ਇਹ ਕੌਣ ਕਹਿ ਰਿਹਾ? ਗੁਰੂ ਰਾਮਦਾਸ ਮਹਾਰਾਜ। ਉਹਨਾਂ ਨੇ ਉਸ ਵਾਰਤਾ ਨੂੰ ਲਿਖਿਆ ਹੈਗਾ ਤੇ ਕਿਉਂ ਗਏ ਨੇ ਇਸ ਤੀਰਥ ਤੇ, ਇਹਦਾ ਜ਼ਿਕਰ ਵੀ ਅੱਗੇ ਆਏਗਾ।
सतगुरु कहते ने मार्ग पंथ चले गुर सतगुर संग सिखा। हुण वहीर है, केवल कल्ले ही नहीं गए गुरु अमरदास, वहीर नाल रह के गए, बहुत सारे सिख नाल ने। अंदिन भगत बनी खिन खिन निमख विखा, हर हर भगत बनी प्रभ केरी, सब लोक वेखण आया। ਹੁਣ ਜਦੋਂ ਗੁਰੂ ਅਮਰਦਾਸ ਮਹਾਰਾਜ ਉੱਥੇ ਗਏ ਤੇ ਗੁਰੂ ਰਾਮਦਾਸ ਕਹਿੰਦੇ ਮੈਂ ਗਵਾਹ ਹਾਂ ਵੀ ਉਸ ਵੇਲੇ ਸਾਰੇ ਲੋਕ ਇਕੱਠੇ ਹੋਏ, ਗੁਰਬਾਣੀ ਦਾ ਪਾਠ ਸਵੇਰੇ ਸ਼ਾਮ ਹੁੰਦਾ ਰਿਹਾ ਤੇ ਸਿੱਖ ਸਤਿਗੁਰੂ ਦੇ ਦਰਸ਼ਨ ਵਾਸਤੇ ਆਉਂਦੇ ਰਹੇ। ਕਹਿੰਦੇ ਨੇ ਜਿਨ ਦਰਸ ਸਤਿਗੁਰ ਗੁਰ ਕੀਆ, ਤਿਨ ਆਪ ਹਰ ਮਿਲਾਇਆ, ਤੀਰਥ ਉਦਮ ਸਤਿਗੁਰ ਕੀਆ, ਸਭ ਲੋਗ ਉਦਰਨ ਅਰਥਾ। ਆ ਇੰਪੋਰਟੈਂਟ ਪੰਕਤੀ ਹੈ। ਗੁਰੂ ਰਾਮਦਾਸ ਮਹਾਰਾਜ ਕਹਿਣਾ ਇਹ ਚਾਹੁੰਦੇ ਨੇ ਵੀ 62 ਸਾਲ ਦੀ ਜ਼ਿੰਦਗੀ ਤੱਕ ਵੀ ਬਾਬਾ ਜੀ ਜਿਉਂਦੇ ਰਹੇ, ਪਰ ਪਹਿਲਾਂ ਜਾਣ ਦਾ ਕੁਝ ਹੋਰ ਮਕਸਦ ਸੀ। ਜਦੋਂ ਗੁਰੂ ਬਣੇ ਫਿਰ ਉਹ ਤੀਰਥਾਂ ਤੇ ਗਏ, ਫਿਰ ਜਾਣ ਦਾ ਮਕਸਦ ਕੀ ਸੀ ਉਹ ਗੁਰੂ ਸਾਹਿਬ ਇਸ ਪੰਕਤੀ ਵਿੱਚ ਰੱਖ ਰਹੇ ਨੇ ਕਿ ਤੀਰਥ ਉਦਮ ਸਤਿਗੁਰ ਕੀਆ, ਸਭ ਲੋਕ ਉਦਰਨ ਅਰਥਾ। ਸਤਿਗੁਰੂ ਜੀ ਨੇ ਤੀਰਥਾਂ ਤੇ ਆਉਣ ਦਾ ਜੋ ਹੁਣ ਉਦਮ ਕੀਤਾ ਹੈ ਉਹ ਲੋਕਾਈ ਨੂੰ ਉਧਾਰਨ ਵਾਸਤੇ ਕੀਤਾ ਹੈ। ਭੋਲੀ ਭਾਲੀ ਜਨਤਾ ਠੱਗੀ ਨਾ ਜਾਏ, ਤੀਰਥ ਤੇ ਬੈਠੇ ਹੋਏ ਬਗਲੇ ਜਿਹੜੇ ਉਹਨਾਂ ਨੂੰ ਠੱਗ ਨਾ ਲੈਣ, ਉਹਨਾਂ ਨੂੰ ਸੱਚ ਦਾ ਉਪਦੇਸ਼ ਦੇਣ ਵਾਸਤੇ। ਜਿਵੇਂ ਬਾਬਾ ਨਾਨਕ ਵੀ ਹਰਿਦੁਆਰ ਗਏ ਪਰ ਸਤਿਗੁਰੂ ਨੇ ਇੱਥੇ ਜਾ ਕੇ ਦੱਸਿਆ ਉਹ ਭਲਿਓ ਕੇਵਲ ਗੰਗਾ ਵਿੱਚ ਇਸ਼ਨਾਨ ਕਰਨ ਨਾਲ ਪੂਰਬ ਨੂੰ ਪਾਣੀ ਸੁੱਟਿਆ, ਪਿੱਤਰਾਂ ਨੂੰ ਪਾਣੀ ਨਹੀਂ ਜਾਂਦਾ। ਸੋ ਸਤਿਗੁਰੂ ਜੀ ਦਾ ਤੀਰਥਾਂ ਤੇ ਜਾਣ ਦਾ ਕਨਸੈਪਟ ਜਿਹੜਾ ਹੈ ਉਹ ਲੋਕਾਈ ਦਾ ਉਧਾਰ ਕਰਨਾ ਹੈ। ਜੋ ਭੁੱਲੀ ਭਟਕੀ ਲੋਕਾਈ ਹੈ ਉਹ ਵਹਿਮਾਂ ਭਰਮਾਂ ਚ ਪਈ, ਉਹਨੂੰ ਸਿੱਧੇ ਰਾਹੇ ਪਾਣਾ। ਮਾਰਗ ਪੰਥ ਚਲੇ ਗੁਰ ਸਤਗੁਰ ਸੰਗ ਸਿੱਖਾ, ਪ੍ਰਥਮ ਆਏ ਕੁਲੂਖੇਤ ਗੁਰ ਸਤਗੁਰ ਪੂਰਬ ਹੋਆ। ਪ੍ਰਥਮ ਮਾਨੇ ਪਹਿਲਾ, ਕੁਰੂਕਸ਼ੇਤਰ ਤੋਂ ਉਦਾਸੀ ਗੁਰੂ ਅਮਰਦਾਸ ਜੀ ਦੀ ਸ਼ੁਰੂ ਹੁੰਦੀ ਹੈ। ਖਬਰ ਭਈ ਸੰਸਾਰ ਆਏ ਤ੍ਰੈ ਲੋਆ, ਦੇਖਣ ਆਏ तीन ਲੋਕ, ਸੁਰ ਨਰ ਮੁੰਜਨ ਸਭ ਆਇਆ। ਜਿਨ ਪਰਸਿਆ ਗੁਰ ਸਤਗੁਰੂ ਪੂਰਾ, ਤਿਨਕੇ ਕਿਲ ਵਿਖ ਨਾਸ ਗਵਾਇਆ। ਇਹ ਸਾਰਾ ਬੜਾ ਸੌਖੀ ਸਰਲ ਭਾਸ਼ਾ ਵਿੱਚ ਹੈ। ਜਿਨ੍ਹਾਂ ਨੇ ਗੁਰੂ ਨੂੰ ਪਰਸਿਆ ਉਹਨਾਂ ਦੇ ਸਾਰੇ ਕਿਲ ਵਿਖ ਪਾਪ ਦੂਰ ਹੋ ਗਏ। ਜੋਗੀ ਦਿਗੰਬਰ ਸੰਨਿਆਸੀ ਖਟ ਦਰਸ਼ਨ ਕਰ ਗਏ, ਗੋਸ਼ਟ ਢੋਆ। ਗੋਸ਼ਟ ਚਰਚਾ, ਇਹਦਾ ਮਤਲਬ ਗੁਰੂ ਅਮਰਦਾਸ ਜੀ ਨਾਲ ਵੀ ਜੋਗੀਆਂ ਦੀ ਸੰਨਿਆਸੀਆਂ ਦੀ ਚਰਚਾ ਹੋਈ ਹੈਗੀ ਹੈ, ਗੋਸ਼ਟੀ ਹੋਈ ਹੈ, ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹੋਈ ਹੈ। ਪ੍ਰਥਮ ਆਏ ਕੁਲੂਖੇਤ ਗੁਰ ਸਤਗੁਰ ਪੂਰਬ ਹੋਆ, ਦੁਤੀਆ ਜਮਨ ਗਏ। ਹੁਣ ਦੂਜੀ ਵਾਰ ਕਿੱਥੇ ਗਏ? ਜਮਨਾ ਨਦੀ ਤੇ। ਗੁਰ ਹਰ ਹਰ ਜਮਨ ਕੀਆ, ਜਾਗਾਤੀ ਮਿਲੇ ਦੇ ਭੇਟ, ਗੁਰ ਪਿੱਛੇ ਲੰਘਾਏ ਦੀਆ। ਜਿਹੜੇ ਯਾਤਰੀ ਸਨ ਨਾ ਉਹ ਗੁਰੂ ਅਮਰਦਾਸ ਜੀ ਨੂੰ ਭੇਟਾ ਦੇ ਕੇ ਮਿਲੇ। ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਆਪਣੇ ਪਿੱਛੇ ਉਹ ਜਮਨਾ ਪਾਰ ਕਰਾ ਦਿੱਤੀ। ਭਾਵ ਕੋਈ ਟੈਕਸ ਨਹੀਂ ਲੱਗਿਆ। ਪਹਿਲਾਂ ਕੀ ਸੀ? ਟੈਕਸ ਲੱਗਦਾ ਹੁੰਦਾ ਸੀ ਜਿਹੜੇ ਜਮਨਾ ਪਾਰ ਕਰਦੇ ਸੀ। ਗੁਰੂ ਅਮਰਦਾਸ ਜੀ ਨਾਲ ਸਾਰੇ ਉਂਝ ਹੀ ਨਿਕਲ ਗਏ, ਕੋਈ ਟੈਕਸ ਨਾ ਲੱਗਿਆ ਉਹਨਾਂ ਨੂੰ। ਜਾਗਾਤੀ ਮਿਲੇ ਦੇ ਭੇਟ, ਗੁਰ ਪਿੱਛੇ ਲੰਘਾਏ ਦੀਆ, ਸਭ ਛੁੱਟੀ ਸਤਗੁਰ ਪਿੱਛੇ, ਜਿਨ ਹਰ ਹਰ ਨਾਮ ਤੇ ਆਇਆ। ਗੁਰ ਬਚਨ ਮਾਰਗ ਜੋ ਪੰਥ ਚਾਲੇ, ਤਿਨ ਜਮ ਜਾਗਾਤੀ ਨੇੜ ਨ ਆਇਆ। ਸਭ ਗੁਰੂ ਗੁਰੂ ਜਗਤ ਬੋਲੇ, ਗੁਰ ਕੈ ਨਾਏ ਲਿਆ। ਸਭ ਛੁਟਕ ਗਿਆ, ਦੁਤੀਆ ਜਮਨ ਗਏ, ਗੁਰ ਹਰ ਹਰ ਜਪਨ ਕੀਆ। ਤ੍ਰਿਤੀਆ ਆਏ ਸੁਰਸੁਰੀ। ਹੁਣ ਸੁਰਸੁਰੀ ਪਤਾ ਕਿਹਨੂੰ ਕਹਿੰਦੇ ਨੇ? ਸੁਰਸੁਰੀ ਗੁਰਬਾਣੀ ਚ ਕਹਿੰਦੇ ਨੇ ਗੰਗਾ ਨੂੰ। ਠੀਕ ਹੈ ਜੀ। ਭਗਤ ਰਵਿਦਾਸ ਜੀ ਦੀ ਬਾਣੀ ਵਿੱਚ ਵੀ ਜਿਹੜਾ ਸੁਰਸੁਰੀ ਜ਼ਿਕਰ ਆਇਆ, ਹੋਰ ਕਈ ਥਾਵਾਂ ਤੇ ਗੰਗਾ ਦਾ ਨਾਮ ਗੁਰਬਾਣੀ ਚ ਸੁਰਸੁਰੀ ਵੀ ਆਇਆ ਹੈਗਾ। ਸੁਰਸੁਰੀ ਸਲਲ ਕਿਰਤ ਵਾਰਨੀ, ਸੰਤ ਜਨ ਕਰਤ ਨਹੀਂ ਪਾਨੰ। ਭਗਤ ਰਵਿਦਾਸ ਜੀ ਨੇ ਇਹ ਜ਼ਿਕਰ ਕੀਤਾ ਵੀ ਜੇ ਸ਼ਰਾਬ ਗੰਗਾ ਦੇ ਜਲ ਲਿਆ ਕੇ ਵੀ ਕੱਢੀ ਜਾਏ, ਬਣਾਈ ਜਾਏ ਗੰਗਾ ਦੇ ਜਲ ਨਾਲ, ਤਾਂ ਵੀ ਸੰਤ ਜਨ ਸ਼ਰਾਬ ਦਾ ਪਾਨੰਗ ਨਹੀਂ ਕਰਦੇ, ਉਸ ਨੂੰ ਪੀਂਦੇ ਨਹੀਂ, ਗ੍ਰਹਿਣ ਨਹੀਂ ਕਰਦੇ। ਸੋ ਸੁਰਸੁਰੀ ਗੁਰਬਾਣੀ ਚ ਉਹ ਗੰਗਾ ਵਾਸਤੇ ਵੀ ਆਇਆ। ਤੀਜਾ, ਗੁਰੂ ਸਾਹਿਬ ਜੀ ਗੰਗਾ ਚਲੇ ਗਏ। ਤ੍ਰਿਤੀਆ ਆਏ ਸੁਰਸੁਰੀ, ਤਹ ਕੋਤਕ ਚਲਤ ਪਿਆ। ਉੱਥੇ ਅਜੀਬ ਕੋਤਕ ਹੋਇਆ। ਸਭ ਮੋਹੀ ਦੇਖ ਦਰਸ਼ਨ ਗੁਰ ਸੰਤ, ਕਿੰਨੇ ਆਡ ਨਾ ਦਾਮ ਲਿਆ। ਸਾਰੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਨੂੰ ਵੇਖ ਕੇ ਮੋਹੇ ਗਏ। ਕਹਿਣਗੇ ਕਮਾਲ ਹੋਇਆ, ਕਿਸੇ ਨੇ ਵੀ ਗੰਗਾ ਵਿੱਚ ਅੱਡੀ ਦਾਮ ਵੀ ਜਿਹੜਾ ਹੈ ਪੈਸਾ ਟੈਕਸ ਗੁਰੂ ਸਾਹਿਬ ਜੀ ਤੋਂ ਨਹੀਂ ਲਿਆ ਹੈਗਾ। ਆੜ ਦਾਮ ਕਿਛ ਪਿਆ ਨਾ ਬੋਲਕ, ਜਾਗਾਤੀਆਂ ਮੋਹਨ ਮੁੰਦਣ ਪਈ। ਭਾਈ ਹਮ ਕਰਹਿ ਕਿਆ, ਕਿਸ ਪਾਸ ਮੰਗੈ,
सब भाग सतगुर पिछे पई। ਉਹ ਜਿਹੜੇ ਹੈਰਾਨ ਹੋਏ, ਜਿਹੜੇ ਟੈਕਸ ਵਾਲੇ ਸੀਗੇ, ਅਕਬਰ ਦੇ ਬੰਦੇ ਬੈਠੇ ਹੋਏ, ਕਹਿਣ ਲੱਗੇ ਵੀ, ਉਹ ਕਹਿੰਦੇ ਵੀ ਅਸੀਂ ਕਿਸ ਪਾਸੋਂ ਮੰਗੀਏ, ਕਿਉਂਕਿ ਸਾਰੇ ਹੀ ਗੁਰੂ ਅਮਰਦਾਸ ਜੀ ਦੇ ਪਿੱਛੇ, ਜੋ ਕਹਿੰਦੇ ਵੀ ਇਸ ਤਾਂ ਸੰਗਤ ਹੈ, ਅਸੀਂ ਤੇ ਸੰਗਤ ਹੈ ਕਿ ਗੁਰੂ ਅਮਰਦਾਸ ਜੀ ਦੀ, ਬਾਬਾ ਜੀ ਦੇ ਨਾਲ ਆਏ ਆ। ਸੋ ਸਾਰੇ ਹੀ ਪਾਰ ਹੋ ਗਏ। ਨਹੀਂ ਤਾਂ ਤੁਸੀਂ ਵੇਖ ਲਓ, ਇੱਕ ਮੈਂ ਹਵਾਲਾ ਦੇ ਕੇ ਅੱਗੇ ਚੱਲਾਂ ਕਿਉਂਕਿ ਸਮਾਂ ਨਹੀਂ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਵੀ ਇੱਥੇ ਤਾਂ ਗਊ ਬ੍ਰਾਹਮਣ ਕੋ ਕਰ ਲਾਵੋ, ਕੋ ਕਰ ਲਾਵੋ, ਕਰ ਦਾ ਅਰਥ ਹੁੰਦਾ ਟੈਕਸ। ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਛਾਂ ਖਾਈ। ਇੱਥੇ ਤਾਂ ਇਸ ਤਰ੍ਹਾਂ ਦਾ ਜਿਹੜਾ ਟੈਕਸ ਲੱਗਦਾ ਸੀ ਵੀ ਗਾਂ ਨੂੰ ਵੀ ਟੈਕਸ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਵੀ ਕਿਸੇ ਨੂੰ ਪਾਰ ਹੋਣ ਦੀ ਇਜਾਜ਼ਤ ਨਹੀਂ, ਪਰ ਗੁਰੂ ਦੇ ਪਿੱਛੇ ਸਾਰਿਆਂ ਨੇ ਆਪਣੀਆਂ ਗੋਲਕਾਂ ਭੰਨ ਦਿੱਤੀਆਂ ਵੀ ਉਹ ਕਹਿੰਦੇ ਵੀ ਸਾਡੇ ਕੋਲ ਤਾਂ ਹੁਣ ਮਾਇਆ ਆ ਹੀ ਨਹੀਂ ਰਹੀ ਹੈ, ਇਹਦੇ ਸਭ ਸਤਿਗੁਰੂ ਦੇ ਪਿੱਛੇ ਪਾਰ ਹੋ ਰਹੇ ਨੇ। ਕਹਿਣ ਲੱਗੇ ਭਾਈ ਹਮ ਕਿਆ ਕरें, किस पास मांगे, सब भाग सतगुर पिछे पई, जागातियां उपाव सियाणप कर विचार डिठा, भन गोलकां सब उठ गया। उन्होंने अपने जो तिजोरियां सी भन दित्तियां गोलकां जिच माया पांदे सी। तृतीया आए सुरसुरी, तह कोतक झलत पिया। हुण अगले बंद विच गुरदेव कहंदे ने, मिल आए नगर महाजना, गुर सतगुर ओट गई। सतगुर एक नगर विच बैठे, नगर दे प्रमुख नाल चर्चा हुई, उन्होंने गुरु दी ओट लई। गुर सतगुर गुर गोबिंद पुछ, सिमरत कीता सही, सिमरत शास्त्र सबनी सही कीता, सुख प्रहलाद श्री राम कर, गुर गोबिंद त्याया, देही नगर कोट पंच चोर बटवारे, तिनका थां थे गवाया, कीर्तन पुराण नित पुन होवै, गुर बचन नानक हर भगत लही, मिल आए नगर महाजना, गुरु सतगुर ओट गई। सो ये गुरु अमरदास जी का प्रचार दौरे का जिक्र, इतिहासिक प्रचार दौरे का जिक्र गुरु रामदास जी ने बाणी विच कीता है। अगे गुरु सवारियो एक शब्द गुरु रामदास जी का होर आउंदा है, वो हरि राम तपे नूं लैके है। पहला क्लास विच चर्चा चली सी, आपां शिव राम तपे की गल कर रहे सी, हुण हरि राम तपे की गल है। एक भैन जी ने जिक्र भी कीता सी, उन्होंने शायद नाम याद सी हरि राम तपे का। हरि राम तपा जिहड़ा है वो गोविंदवाल विच रहिंदा सी, गुरु अमरदास जी की विरोधता करता सी, रज के विरोधता करता सी। गुरु अमरदास जी कहता सी इन्होंने जात पात सब एक कर दी, कोई जात पात नहीं रहन दी, वर्ण वंड दे लोग ने हैं। ते गुरु अमरदास जी ने फिर लंगर विच ना एक काम कर दिता भी जिहड़ा लंगर छकण आएगा ना उन्होंने कुछ मोहरा मिलणगियां, क्योंकि गुरु साहब जी चाहते सी भी, क्योंकि उस वेले बड़ा वितकरा सी, लोग शूद्रां नूं कहंदे सी घर तो बाहर प्रसादा लै लो, उत्थे बैठ के छको, अपने भांडे लैके आओ। बाबा अमरदास जी सारियां नूं इक्को पंगत विच बिठा के छकाउंदे सी, क्योंकि पहला पंगत पाछे संगत दा सिद्धांत चल रहा सी। ते बाबा अमरदास जी ने फिर एक काम कीता भी जो लंगर च बैठेगा बिना वितकरे तो उहनूं मोहरां मिलणगियां। फिर कहंदे ने ये तपा ना आया, सोने ने लिया। दूजे दिन फिर गुरु साहब ने मोहरां वधा दित्तियां, तीजे दिन होर मोहरां वधा दित्तियां, चौथे दिन होर मोहरां वधा दित्तियां। इस तरह गुरु साहब मोहरां वधांदे रहे। एक दिन फिर इस तपे ने अपने पुत्र नूं लंगर विच भेज दिता, और सीधे रस्ते नहीं भेजिया, कंध टपा के, इहदी कंध नाल सी गोबिंदवाल साहब दे लंगर स्थान ते, कंध टपा के भेजिया ते बच्चे दी लत्त टुट गई। ते ओने जदों लोकां ने चुक्या, संगतां ने पुछया भाई तू किहदा काका है, कहण लगे जी मैं तां हरि राम तपे दा काका है। तो गुरु साहब को लैके गए, उहदा इलाज किया। गुरु साहब जी ने उदों कहा भाई वेखो भी ये मोहरां दे लालच ने अपने बच्चे नूं भेजिया, जे प्रसादा छकण भेज दिंदा सीधा उंज ही भेज दिंदा। हुण ये दसो भी ये अपने आप नूं तपा कहाउंदा है कि ये तपा हैगा जिहड़ा किसी लालच विच जिहड़ा है वो फस गया हैगा। इस गल का जिक्र फिर गुरु रामदास जी ने गुरता गद्दी मिलण तो बाद ये सारी वारता नूं अपनी बाणी विच नक्शा खिंचिया। ते सतगुरु जी का कहण दा भाव अज ये है कि अज कोई मेरे वर्गा तपा ना होवे, अज कोई लोभी लालच वस लोभ वस कोई काम ना करे। ठीक है ना, अज बड़े सारे तपे ने, कोई लोभ वस कुछ कर रहा है, कोई कुछ कर रहा है। गुरु साहब कहते भाई लोभ वस नहीं, तुहाडे अंदर लालच नहीं होना चाहिए, करना है तो निष्काम होकर सेवा करो, कोई भी कार्य करना है।
ਤੇ ਗੁਰੂ ਸਾਹਿਬ ਜੀ ਨੇ ਸ਼ਬਦ ਵਿੱਚ ਜ਼ਿਕਰ ਕੀਤਾ ਹੈ, ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਜਮਾਲਿਆ। ਮਾਇਆ ਦੀ ਖਾਤਰ ਭਟਕਦਾ ਫਿਰਦਾ, ਅੱਗੋਂ ਦੇ ਸੱਦਿਆ। ਸਤਿਗੁਰੂ ਕਹਿੰਦੇ ਅੱਗੋਂ ਸੱਦਿਆ ਸੀ, ਅੱਗੋਂ ਦੇ ਸੱਦਿਆ ਸੱਤੇ ਦੀ ਭਿੱਖਿਆ ਲਏ ਨਾਈ, ਪਿੱਛੋਂ ਦੇ ਪਛਤਾਏ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ। ਕਹਿਣ ਲੱਗੇ ਅੱਗੋਂ ਸੱਦਿਆ ਸੀ ਨਹੀਂ ਆਇਆ, ਪਿੱਛੋਂ ਆਪਣੇ ਪੁੱਤਰ ਨੂੰ ਧੋਖੇ ਨਾਲ ਭੇਜਿਆ। ਪੰਜ ਲੋਕ ਸਭ ਹੱਸਣ ਲੱਗੇ, ਹੁਣ ਸਾਰੇ ਲੋਕ ਹੱਸਣ ਲੱਗ ਪਏ ਦੀ ਕਰਤੂਤ ਤੇ। ਤਪਾ ਲੋਭ ਲਹਿਰ ਹੈ ਗਾਲਿਆ, ਜਿੱਥੇ ਥੋੜਾ ਧਨ ਵੇਖੈ ਤਿੱਥੇ ਤਪਾ ਪਿਟੈ ਨਾਹੀ। ਧਨ ਬਹੁਤੈ ਡਿਠੈ ਤਪੈ ਧਰਮ ਧਰਮ ਹਾਰਿਆ, ਭਾਈ ਇਹ ਤਪਾ ਨਾ ਹੋਵਈ ਬਗਲਾ ਹੈ ਬੈ ਸਾਧ ਜਨਾ ਵਿਚਾਰਿਆ। ਕਹਿਣ ਲੱਗੇ ਥੋੜੇ ਤੇ ਤਾਂ ਇਹ ਵੀ ਨਹੀਂ ਜਿਹੜਾ ਪਿੱਟਦਾ ਹੈਗਾ, ਜਦੋਂ ਬਹੁਤਾ ਧਨ ਵੇਖਿਆ ਮੋਹਰਾਂ ਵੱਧ ਗਈਆਂ, ਫਿਰ ਤਪਾ ਲਾਲਚ ਵਿੱਚ ਆ ਗਿਆ, ਫਿਰ ਇਹ ਪਿੱਟਿਆ ਗਿਆ। ਸਤਪੁਰਖ ਕੀ ਤਪਾ ਨਿੰਦਾ ਕਰੈ, ਸੰਸਾਰੇ ਕੀ ਉਸਤਤ ਵਿੱਚ ਹੋਵੇ, ਏਤ ਦੁੱਖ ਹੈ ਤਪਾ ਦਈ ਮਾਰਿਆ। ਮਹਾਂਪੁਰਖਾਂ ਕੀ ਨਿੰਦਾ ਕਾ ਵੇਖ ਜੇ ਤਪੇ ਨੂੰ ਫਲ ਲੱਗਾ, ਸਭ ਗਿਆ ਤਪੇ ਕਾ ਘਾਲਿਆ। ਬਾਹਰ ਬਹਿ ਪੰਚਾਂ ਵਿੱਚ ਤਪਾ ਸਦਾਏ, ਅੰਤਰ ਬਹਿ ਤਪਾ ਪਾਪ ਕਮਾਏ। ਹਰ ਅੰਦਰਲਾ ਪਾਪ ਪੰਚਾਂ ਨੂੰ ਉਘਾ ਕਰ ਵੇਖਾਲਿਆ, ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ। ਇਸ ਤਪੇ ਨੂੰ ਤਿੱਥੈ ਖੜ ਪਾਇਓ, ਜਿੱਥੇ ਮਹਾ ਮਹਾ ਹਤਿਆਰਿਆ। ਫਿਰ ਇਸ ਤਪੇ ਦੇ ਮੋਹ ਕੋਈ ਲੱਗੋ ਨਹੀਂ, ਇਹ ਸਤਿਗੁਰੂ ਹੈ ਫਿਟਕਾਰਿਆ। ਦੇਖੋ ਗੁਰੂ ਰਾਮਦਾਸ ਮਹਾਰਾਜ ਨੇ ਸਾਰੀ ਗੱਲ ਕਿੰਨਾ ਪਿਆਰ ਗੁਰੂ ਦੇ ਨਾਲ ਹੈ ਉਹਨਾਂ ਦਾ। ਕਹਿਣ ਲੱਗੇ ਵੀ ਇਹ ਜਿਹੜਾ ਗੁਰੂ ਦੋਖੀ ਹੈ ਨਾ, ਇਹਦੇ ਮੂੰਹ ਨਹੀਂ ਲੱਗਣਾ, ਇਹ ਸਤਿਗੁਰੂ ਹੈ ਫਿਟਕਾਰਿਆ। ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ, ਸੋ ਬੁੱਝੈ ਜੋ ਦਈ ਸਵਾਰਿਆ। ਸੋ ਗੁਰੂ ਰਾਮਦਾਸ ਮਹਾਰਾਜ ਜੀ ਨੇ ਫਿਰ ਇੱਕ ਹੋਰ ਇਤਿਹਾਸਿਕ ਘਟਨਾ ਦਾ ਜ਼ਿਕਰ ਕੀਤਾ ਹੈ, ਉਹ ਗੋਵਿੰਦੇ ਦੇ ਪੁੱਤਰ ਦੀਆਂ ਕਰਤੂਤਾਂ ਤੇ ਉਸਦਾ ਹਸਰ। ਇਹ ਗੋਵਿੰਦਾ ਮਰਵਾਹਾ ਗੋਬਿੰਦਵਾਲ ਸਾਹਿਬ ਦੇ ਵਿੱਚ ਰਹਿੰਦਾ ਹੈ, ਤੇ ਗੋਵਿੰਦਾ ਨਗਰ ਗੋਵਿੰਦੇ ਮਰਵਾਹਾ ਦੀ ਬੇਨਤੀ ਤੇ ਹੀ ਵਸਾਇਆ ਗਿਆ ਸੀ। ਗੁਰੂ ਜੀ ਨੇ ਨਿਵਾਸ ਸਥਾਨ ਲਈ ਜ਼ਮੀਨ ਉਸਨੇ ਭੇਟਾ ਕੀਤੀ ਸੀ, ਬਾਕੀ ਜ਼ਮੀਨ ਗੁਰੂ ਅੰਗਦ ਦੇਵ ਜੀ ਨੇ ਮੁੱਲ ਖਰੀਦ ਕੇ ਗੁਰੂ ਅਮਰਦਾਸ ਜੀ ਨੂੰ ਦਿੱਤੀ ਸੀ। ਪਰ ਕਹਿੰਦੇ ਇਹਦਾ ਪੁੱਤਰ ਜਿਹੜਾ ਹੈ ਉਹ ਈਰਖਾ ਕਰਨ ਲੱਗ ਪਿਆ ਅੱਗੇ ਚੱਲ ਕੇ, ਔਰ ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਨੇ ਫਿਰ ਇਹਦਾ ਜਿਹੜਾ ਹੈ ਉਹ ਜ਼ਿਕਰ ਕੀਤਾ ਹੈ। ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਸ਼ਬਦਾਂ ਵਿੱਚ ਜ਼ਿਕਰ ਕੀਤਾ ਕਿ ਮਲ ਜੂਈ ਭਰਿਆ ਨੀਲਾ ਕਾਲਾ ਖਿੰਦੋਲੜਾ, ਤਿੰਨ ਵੇਮੁਖੈ ਨੂੰ ਪਾਇਆ, ਪਾਸ ਨ ਦੇਈ ਕੋਈ ਬਹਿਣ, ਜਗਤ ਮੈਂ ਗੂਹ ਪੜ, ਸਗਵੀ ਮਲ ਲਾਏ ਮਨਮੁਖ ਆਇਆ, ਪਰਾਈ ਜੋ ਨਿੰਦਾ ਚੁਗਲੀ ਨੋ ਬੇਮੁਖ ਕਰਕੇ ਭੇਜਿਆ, ਉਥੇ ਵੀ ਮੋਹ ਕਾਲਾ ਦੋਹਾਂ ਬੇਮੁਖਾਂ ਦਾ ਕਰਾਇਆ। ਤੜ ਸੁਣਿਆ ਸਬਤ ਜਗਤ ਵਿੱਚ ਭਾਈ, ਬੇਮੁਖ ਸਣੇ ਨਫਰੈ ਪੌਲੀ ਪੌਂਦੀ, ਹਾਹਾ ਹੋਏ ਕੈ ਉਠ ਘਰ ਆਇਆ, ਅੱਗੇ ਸੰਗਤੀ ਕੁੜਮੀ ਬੇਮੁਖ ਰਲਣਾ ਨਾ ਮਿਲੈ, ਤਾਂ ਵੋਟੀ ਭਤੀਜੀ ਫਿਰ ਆਣ ਘਰ ਪਾਇਆ। ਸਭ ਨੇ ਇਹਦਾ ਬਾਈਕਾਟ ਕਰ ਦਿੱਤਾ ਇਸ ਬੰਦੇ ਦਾ, ਵੀ ਤੂੰ ਗੁਰੂ ਸਾਹਿਬ ਨਾਲ ਬੇਮੁਖ ਹੋਇਆ, ਤੇ ਸਭ ਨੇ ਬਾਈਕਾਟ। ਫਿਰ ਕਹਿੰਦੇ ਵੋਟੀ ਭਤੀਜੀ ਨੇ ਇਹਨੂੰ ਘਰ ਪਾਇਆ, ਹਲਤ ਪਲਤ ਦੋਵੇਂ ਗਏ, ਨਿਤ ਭੁੱਖਾਂ ਕੂਕੇ ਤਿਹਾਇਆ, ਧੰਨ ਧੰਨ ਸੁਆਮੀ ਕਰਤਾ ਪੁਰਖ ਹੈ, ਜਿਨ ਨਿਆਉ ਸੱਚ ਬਹਿ ਆਪ ਕਰਾਇਆ, ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਸਾਚੈ ਮਾਰ ਪਚਾਇਆ, ਇਹ ਅੱਖਰ ਤਿਨ ਆਖਿਆ, ਜਿਨ ਜਗਤ ਸਭ ਉਪਾਇਆ। ਸੋ ਇਸ ਤਰ੍ਹਾਂ ਇਹ ਸਾਰੀ ਵਾਰਤਾ ਦਾ ਜ਼ਿਕਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਕੀਤਾ ਹੈ ਕਿ ਜਾਤ ਅਭਿਮਾਨੀ ਸਿਮਰਤੀਆਂ ਸ਼ਾਸਤਰਾਂ ਦੇ ਅਨੁਯਾਈਆਂ ਅਤੇ ਹਰੀ ਰਾਮ ਤਪੇ ਵਰਗੇ ਭੇਖੀ ਸਾਧਾਂ ਦੀ ਕੋਈ ਪੁੱਛ ਪ੍ਰਤੀਤ ਨਾ ਰਹੀ ਗੋਬਿੰਦਵਾਲ ਵਿੱਚ। ਇਹਨਾਂ ਗੁਰਮਤ ਦੋਖੀਆਂ ਨੇ ਰਲ ਕੇ ਗੋਬਿੰਦੇ ਦੇ ਪੁੱਤਰ ਨੂੰ ਪ੍ਰੇਰਿਆ ਕਿ ਰਾਜ ਦਰਬਾਰ ਵਿੱਚ ਸ਼ਿਕਾਇਤ ਕਰੇ। ਗੁਰੂ ਅਮਰਦਾਸ ਜੀ ਨੇ ਉਸ ਦੀ ਜ਼ਮੀਨ ਧੱਕੇ ਨਾਲ ਕਬਜ਼ਾ ਕਰ ਲਿਆ, ਇਸ ਜ਼ਮੀਨ ਨੂੰ ਵਾਪਸ ਦਵਾਇਆ ਜਾਏ, ਹਜਰਾਨਾ ਦਿੱਤਾ ਜਾਏ। ਚੁੱਕ ਵਿੱਚ ਆ ਕੇ ਗੋਬਿੰਦੇ ਦੇ ਪੁੱਤਰ ਨੇ ਲਾਹੌਰ ਵਿੱਚ ਜਾ ਕੇ ਸ਼ਿਕਾਇਤ ਕੀਤੀ। ਗਵਰਨਰ ਖਵਾਜਾ ਖਿਜ਼ਰ ਖਾਨ ਆਪ ਤਹਿਕੀਕ ਕਰਨ ਆਇਆ, ਅਸਲੀਅਤ ਦਾ ਪਤਾ ਲੱਗਣ ਤੇ ਉਸਨੇ ਮੁਕੱਦਮਾ ਖਾਰਜ ਕਰ ਦਿੱਤਾ।
ਉਸ ਨਾਲ ਆਇਆ ਫੌਜਦਾਰ ਤਾਹਰ ਬੇਗ ਗੁਰੂ ਅਮਰਦਾਸ ਜੀ ਸ਼ਖਸੀਅਤ ਤੇ ਉਹਨਾਂ ਦੁਆਰਾ ਲੋਕ ਭਲਾਈ ਦੇ ਕੀਤੇ ਕੰਮਾਂ ਤੋਂ ਬੜਾ ਪ੍ਰਭਾਵਿਤ ਹੋਇਆ ਤੇ ਉਹ ਉਲਟਾ ਸਿੱਖ ਹੀ ਸੱਜ ਗਿਆ। ਤੁਸੀਂ ਦੇਖੋ ਜਿਹੜਾ ਤਹਿਕੀਕਾਤ ਕਰਨਾ ਹੈ ਉਹ ਸਿੱਖ ਹੀ ਸੱਜ ਗਿਆ, ਪਰ ਇਸ ਦਾ ਬੜਾ ਬੁਰਾ ਅਸਰ ਹੋਇਆ। ਇਹ ਜੋ ਕੁਝ ਹੋਇਆ ਅੰਤ ਨੂੰ ਮੈਲੇ ਕੱਪੜਿਆਂ 'ਚ ਹੈ ਮਲ ਜੂਹੀ ਭਰਿਆ, ਨੀਲਾ ਕਾਲਾ ਖਿੰਦੋਲੜਾ ਤਿੰਨ ਬੇਮੁਖੇ ਨੂੰ ਪਾਇਆ। ਅੱਤ ਦੇ ਗੰਦੇ ਕੱਪੜਿਆਂ 'ਚ ਰਹਿਣ ਲੱਗ ਪਿਆ, ਗਰੀਬੀ ਆ ਗਈ ਘਰ ਦੇ ਵਿੱਚ, ਜੋ ਕਿ ਗੁਰੂ ਤੋਂ ਬੇਮੁਖ ਹੋ ਗਿਆ ਸੀ, ਕੋਈ ਇਹਨੂੰ ਚੁੱਕਣ ਨੂੰ ਤਿਆਰ ਨਹੀਂ ਸੀ। ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਇਹਦੇ ਬਣ ਗਏ ਸੀ। ਸੋ ਗੁਰੂ ਰਾਮਦਾਸ ਜੀ ਨੇ ਉਹਦਾ ਜ਼ਿਕਰ ਕੀਤਾ ਵੀ ਇਹਨੇ ਕਿਵੇਂ ਆਪ ਝੂਠ ਬੋਲ ਕੇ ਗੁਰੂ ਸਾਹਿਬ ਜੀ ਦੀਆਂ ਅਕਬਰ ਦੇ ਦਰਬਾਰ ਵਿੱਚ ਸ਼ਿਕਾਇਤਾਂ ਕੀਤੀਆਂ ਸਨ। ਅੱਗੇ ਚੱਲ ਕੇ ਤੁਸੀਂ ਦੇਖੋਗੇ ਕਿ ਸੱਚੇ ਸਤਿਗੁਰੂ ਦੀ ਸ਼ੋਭਾ ਤੇ ਗੁਰੂ ਦੋਖੀਆਂ ਦਾ ਹਸਰ, ਇਹ ਵੀ ਗੁਰੂ ਸਾਹਿਬ ਜੀ ਨੇ, ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਵਿੱਚ ਜ਼ਿਕਰ ਕੀਤਾ ਹੈ ਕਿ ਹੁੰਦਾ ਪ੍ਰਥਕ ਗੁਰੂ ਜੋ ਵਿਛੜੇ ਤਿੰਨ ਕੋ ਨਦਰ ਡਰ ਢੋਈ ਨਹੀਂ। ਕਹਿਣ ਲੱਗੇ ਹੁੰਦਾ ਪ੍ਰਥਕ ਗੁਰੂ ਜੋ ਵਿਛੜੇ ਤਿੰਨ ਕੋ ਦਰ ਢੋਈ ਨਹੀਂ। ਜੋ ਗੁਰੂ ਸਾਹਿਬ ਜੀ ਦੇ ਸਾਹਮਣੇ ਗੁਰੂ ਤੋਂ ਵਿਛੜ ਗਏ ਉਹਨਾਂ ਨੂੰ ਢੋਈ ਨਹੀਂ ਮਿਲੀ ਕਿਸੇ ਥਾਂ ਤੇ, ਔਰ ਮਿਲਦੀ ਵੀ ਨਹੀਂ ਹੈ, ਵੀ ਯਾਦ ਰੱਖਣਾ। ਕੋਈ ਜਾਏ ਮਿਲੇ ਤਿੰਨ ਨਿੰਦਕਾਂ ਮੋਹ ਫਿੱਕੇ ਥੁਕ ਥੁਕ ਮੋਹ ਪਾਈ। ਜੋ ਸਤਗੁਰ ਫਿੱਟੇ ਸੇ ਸਭ ਜਗਤ ਫਿਟ ਤਿੰਨ ਭੰਬਲ ਪੂਸੇ ਖਾਈ। ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਢਾਹਾ ਫਿਰਾਹੀ। ਗੋਪਿਆ ਦਾ ਅਰਥ ਹੁੰਦਾ ਹੈ ਕਿ ਗੁਰੂ ਨੂੰ, ਗੁਰੂ ਦੀ ਗੱਲ ਨੂੰ ਚੋਰੀ ਰੱਖਣਾ, ਗੁਰੂ ਦੀ ਗੱਲ ਨੂੰ ਕਿਸੇ ਨੂੰ ਸਮਝਾਣਾ ਨਾ, ਦੱਸਣਾ ਨਾ, ਸਹੀ ਗੱਲ ਨੂੰ। ਸੋ ਗੁਰੂ ਸਾਹਿਬ ਕਹਿੰਦੇ ਤਿੰਨ ਕੀ ਭੁੱਖ ਕਦੇ ਨਾ ਉਤਰੈ, ਨਿਤ ਭੁੱਖਾਂ ਭੁੱਖ ਕੁਕਾਹੀ। ਉਹਨਾਂ ਦਾ ਆਖਿਆ ਕੋ ਨਾ ਸੁਣੈ, ਨਿਤ ਹੋਲੇ ਹੋਲ ਮਰਾਹੀ। ਸਤਿਗੁਰੂ ਕੀ ਵਡਿਆਈ ਵੇਖ ਨਾ ਸਕਈ, ਉਹਨਾਂ ਅੱਗੇ ਪਿੱਛੇ ਥਾਉ ਨਾ। ਹੁਣ ਤੁਸੀਂ ਵੇਖੋ ਜਿਹੜੇ ਸਤਿਗੁਰੂ ਦੀ ਵਡਿਆਈ ਨਹੀਂ ਵੇਖ ਸਕਦੇ ਨਾ ਸੰਸਾਰ ਵਿੱਚ, ਉਹਨਾਂ ਦਾ ਅੱਗੇ ਪਿੱਛੇ ਕੁਝ ਥਾਂ ਟਿਕਾਣਾ ਹੀ ਨਹੀਂ ਸੰਗਤ। ਇਹ ਤਾਂ ਗੁਰੂ ਰਾਮਦਾਸ ਮਹਾਰਾਜ ਗੱਲ ਕਰ ਰਹੇ ਨਾ, ਕਿਉਂਕਿ ਗੁਰੂ ਅਮਰਦਾਸ ਜੀ ਨਾਲ ਕੀਤਾ ਲੋਕਾਂ ਨੇ ਵਧੀਕੀਆਂ ਕੀਤੀਆਂ, ਗੁਰੂ ਅੰਗਦ ਸਾਹਿਬ ਨਾਲ, ਗੁਰੂ ਅਮਰਦਾਸ ਜੀ ਦੇ ਵੇਲੇ ਬਹੁਤ ਕੁਝ ਹੋਇਆ। ਤੇ ਅੱਜ ਮੈਂ ਬੇਨਤੀ ਕਰਾਂ, ਅੱਜ ਵੀ ਸਾਡੇ ਸਤਿਗੁਰੂ ਨਾਲ ਬੜਾ ਕੁਝ ਹੋ ਰਿਹਾ। ਲੋਕ ਥਾਂ ਥਾਂ ਤੇ ਬੇਦਬੀਆਂ ਹੋ ਰਹੀਆਂ, ਕੋਈ ਕਿਤੇ ਕੁਝ ਕਰ ਦਿੰਦਾ, ਕੋਈ ਕੁਝ ਕਰ ਦਿੰਦਾ। ਉਹ ਭਲਿਓ ਜਿਸ ਗੁਰੂ ਨਾਲ ਤੁਸੀਂ ਕਹਿ ਕਰ ਰਹੇ ਹੋ ਨਾ, ਉਹ ਗੁਰੂ ਪਤਾ ਕੀ ਬੋਲਦਾ ਹੈ? ਉਹ ਗੁਰੂ ਬੋਲਦਾ ਸਤਿਗੁਰ ਕੀ ਵਡਿਆਈ ਵੇਖ ਨਾ ਸਕਈ। ਤੁਹਾਨੂੰ ਸਤਿਗੁਰੂ ਦੀ ਵਡਿਆਈ ਤੁਸੀਂ ਵੇਖਣ ਨਹੀਂ ਸਕ ਰਹੇ, ਤੁਸੀਂ ਜ਼ਰ ਨਹੀਂ ਸਕਦੇ। ਅੱਜ ਦੂਰ ਦੂਰ ਤੱਕ ਨਿਸ਼ਾਨ ਸਾਹਿਬ ਝੁਲ ਰਹੇ, ਕੋਈ ਇਹੋ ਜਿਹਾ ਦੇਸ਼ ਨਹੀਂ ਜਿੱਥੇ ਮੇਰੇ ਸਤਿਗੁਰੂ ਦਾ ਨਿਸ਼ਾਨ ਨਾ ਝੁਲ ਰਿਹਾ ਹੋਵੇ। ਸਿੱਖਾਂ ਦੀ ਵਡਿਆਈ ਹੋਈ ਕਿ ਸਿੱਖਾਂ ਨੇ ਕਰੋਨਾ ਦੀ ਬਿਮਾਰੀ ਦੇ ਵਿੱਚ, ਭਾਵੇਂ ਉਹ ਕਿਸੇ ਵੀ ਮੁਲਕ ਵਿੱਚ ਸਨ, ਲੰਗਰ ਚਲਾਏ, ਲੋਕਾਂ ਦੀ ਸਾਰ ਲਈ, ਬਿਨਾਂ ਵਿਤਕਰੇ ਤੋਂ, ਬਿਨਾਂ ਜਾਤ ਪਾਤ ਤੋਂ। ਇਹ ਕਿੱਥੋਂ ਨਿੰਦਕਾਂ ਨੂੰ ਬਰਦਾਸ਼ਤ ਹੋਏ? ਅੱਜ ਨਹੀਂ ਬਰਦਾਸ਼ਤ ਹੋ ਰਹੇ। ਲੋਕ ਬੇਦਬੀਆਂ ਕਰ ਰਹੇ ਥਾਂ ਥਾਂ ਤੇ। ਪਰ ਗੁਰਦੇਵ ਕਹਿੰਦੇ ਨੇ ਉਹਨਾਂ ਅੱਗੇ ਪਿੱਛੇ ਥਾਉ ਨਹੀਂ। ਕਹਿਣ ਲੱਗੇ ਉਹਨਾਂ ਨੂੰ ਕਿਤੇ ਥਾਂ ਟਿਕਾਣਾ ਨਹੀਂ ਮਿਲੇਗਾ ਜ਼ਿੰਦਗੀ 'ਚ। ਜੋ ਸਤਿਗੁਰ ਮਾਰੇ ਤਿਨ ਜਾਏ ਮਿਲੇ, ਰਹਿੰਦੀ ਖੁੰਦੀ ਸਭ ਪਤ ਗਵਾਈ। ਹੋਏ ਅੱਗੇ ਕੁਸ਼ਤੀ ਗੁਰ ਕੇ ਫਿਟਕੇ, ਜੇ ਉਸ ਮਿਲੇ ਤਿਸ ਕੁਸ਼ਟ ਉਠਾਈ। ਹਰ ਤਿਨ ਕਾ ਦਰਸ਼ਨ ਨਾ ਕਰੋ, ਜੋ ਦੂਜੇ ਪਾਏ ਚਿਤ ਲਾਈ। ਧੁਰ ਕਰਤੈ ਆਪ ਲਿਖ ਪਾਇਆ, ਇਸ ਨਾਲ ਕਹੋ ਚਾਰਾ ਨਾਹੀ। ਜਨ ਨਾਨਕ ਨਾਮ ਆਰਾਧ ਤੂੰ, ਤਿਸ ਅੱਪੜ ਕੋ ਨਾ ਸਕਾਹੀ। ਨਾਵੇਂ ਕੀ ਵਡਿਆਈ ਵੱਡੀ ਹੈ, ਨਿਤ ਸਵਾਈ ਚੜੈ ਚੜਾਹੀ। ਸਤਿਗੁਰੂ ਮਹਾਰਾਜ ਨੇ ਕਿਹਾ ਭਾਈ ਇੱਥੇ ਸੰਸਾਰ ਵਿੱਚ ਨਾਮ ਦੀ ਹੀ ਵਡਿਆਈ ਹੋਣੀ ਹੈ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਯਾਦ ਰੱਖੋ, ਜੇ ਹੁੰਦਾ ਗੁਰੂ ਬਹਿ ਟਿਕਿਆ, ਤਿਸ ਜਨ ਕੀ ਵਡਿਆਈ ਵੱਡੀ ਹੋਈ। ਜੋ ਗੁਰੂ ਦੇ ਹੁੰਦਿਆਂ ਹੋਇਆਂ ਗੁਰੂ ਨੇ ਫੈਸਲਾ ਕਰਕੇ ਆਪਣੀ ਗੱਦੀ ਤੇ ਬਿਠਾ ਦਿੱਤਾ, ਉਹਦੀ ਵਡਿਆਈ ਹਮੇਸ਼ਾ ਹੁੰਦੀ ਹੈ। ਇਸ ਕੋ ਜਗਤ ਨਿਵਿਆ ਸਭ ਪੈਰੀ ਪਿਆ, ਜਸ ਵਰਤਿਆ ਲੋਈ। ਤਿਸ ਕੋ ਖੰਡ ਬ੍ਰਹਮੰਡ ਨਮਸਕਾਰ ਕरें, जिस कै मस्तक हद धरिया गुर पूरै सो पूरा होई। गुर की वडियाई नित चढ़ै सवाई, अपड़ को ना सकोई। जन नानक हर करतै आप बह टिकिया, आपे पैज रख रखै प्रभ
सोई गुरु रामदास महाराज कहते तुसी कौन हुंदे हो ए लोको निंदको, वो परमात्मा आपे ही अपने दास की पैज रखता है। गुरु रामदास महाराज कहते ने जिसनों साहिब वड्डा करे सोई वड जानी, जिस साहिब भावै तिस बख्श ले सो साहिब मन भानी, जे को उस दी रीस करे सो मूड़ अजानी। इन्हां शब्दां तो मैनूं इउं प्रतीत हुंदा संगत जी कि कुछ ना कुछ धक्के करन वालियां ने, निंदकां ने गुरु रामदास महाराज नूं भी नहीं बख्शिया। गुरु रामदास महाराज नूं भी बड़ा कुछ बोलिया हो। इसे करके सतगुरु गुरु रामदास महाराज ये पक्ष रख रहे ने कि भाई तुसी कौन हुंदे हो, जिसनों साहिब वड्डा करे सोई वड जाए। तुसी थोड़ा ना किसी ने वड्डा करना, वो जिन्हों वो मालिक वड्डा करना चाहे ना वो कर दिंदा हैगा। जिस साहिब भावै तिस बख्श ले सो साहिब मन भानी, जिसको उस दी रीस करे सो मूड़ अजानी। सतगुरु कहते जे कोई कच्चा पिल्ला गुरु दी रीस करे ना ते गुरुदेव कहते वो मूड़ ही है, वो मूर्ख ही है और कुछ नहीं है। ते आप जी वेखोगे इतिहासक तथ्य कि गुरु रामदास महाराज ने अपने फिर बड़े पुत्र पिरथी चंद नूं भी नहीं बख्शिया, कोई लुका नहीं रखिया। नहीं तो वेखो लोग परदे कज लेंदे ने। गुरु रामदास महाराज ने जो पिरथी चंद ने किया वो भी सतगुरु जी ने संसार के सामने रख दिता। गुरुदेव ने कहा किसी का पुत जिहड़ा है वो इस तरह ना बिगड़े जिवें पिरथी चंद बिगड़ गया। किसी का पुत्र इवें झगड़ा ना करे जिवें पिरथी चंद ने साडे नाल झगड़ा किया। कहण लगे जे अज किसी का पुत्र माया की खातर अपने प्यो नाल माता नाल झगड़ा करता है, भरावां नाल झगड़ा करता है, तो सतगुरु कहते ये सब तो वड्डा पाप हैगा। गुरु रामदास महाराज ने यह इतिहास का तत्व भी रखिया। काहे पूत झगरत हो संग बाप, जिनके जने बडीरे तुम हो तिन सु झगरत पाप, जिस धन का तुम गर्भ करत हो सो धन किसै न आप, खिन में छोड़ जाए बिख्या रस तो लागे पछताप, जो तुमरे प्रभ होते स्वामी हर तिन के जापो जाप, उपदेश करत नानक जन तुमको। हुण सतगुरु देखो सामने कह रहे पिरथी चंद, उपदेश करत नानक जन तुमको, जो सुनो तो जाए संताप। गुरुदेव कहते पुत जे तू समझ लवें गल नूं कि माता पिता नाल झगड़ा करना पाप है, जिस धन दा तू गर्भ करदा है ये किसी का अपना नहीं होया, तां तेरे संताप तेनू एहसास हो जाए तो तेरे संताप उतर जाणगे। जे तू इसे तरह फिर भी झगड़ा करता रहा फिर संताप नहीं उतरने, फिर दुख कलेश जिहड़ा है वो बने रहणगे। सो ये गुरु रामदास जी की बाणी दे विच कुछ इतिहासक हवाले सी, कुछ इतिहासक तत्थ सी। बड़ी काल नाल बड़ी छेती नाल आपां इन्हां नूं पढ़िया हैगा। इहदे विच जो वार्तक रूप दे विच लिखिया है, जो इतिहास लिखिया होया, मेरी बेनती है तुहाडे चरनां च ओनूं तुसीं आप पढ़ो, क्योंकि आप पढ़ोगे तो तुहानूं साखियां हरी राम तपे की साखी है, गोविंद दे मरवाहे दे पुत्र की गल हैगी है, ये तुहानूं आप पता लगेगा। और शायद अज पता लग्या होवे कि गुरु रामदास महाराज ने इतिहासक तत्थ भी बाणी दे विच जिहड़ा है वो रखे हैगे है। सो जो जो पढ़ोगे इन्हां दा अध्ययन करोगे तुहानूं पता लगेगा कि गुरु ग्रंथ साहिब महाराज अज भी सच बोल रहे ने भी इस तरह होया है। ते हुण तुसीं गुरु नाल ईरखा नहीं करनी है। जिहड़ा गुरु नाल ईरखा करेगा ओदा जिहड़ा रिजल्ट है वो चंगा नहीं होएगा, वो परमात्मा दे दर ते स्वीकार नहीं होवेगा। सो गुरु सवारियो साडी जिहड़ा है वो कल दी एक क्लास होर बनदी है ते कल दी असीं एक क्लास दे विच धन गुरु रामदास महाराज जी दे समुचे जीवन ते एक झात, गुरु रामदास जी के समुचे जीवन ते एक झात जिहड़ा है वो असीं मारांगे कल के उन्हां दी शख्सियत दे विच किहड़े-किहड़े गुण जिहड़े ने वो उभर के सामने आउंदे ने, इहदे बारे चर्चा करांगे ते नाल कुछ सवालात जिहड़े ने वो आपां लवांगे। सो अज दीयां इन्नियां बेनतियां प्रवान होईयां, भुल्लां दी क्षमा। वाहिगुरू जी का खालसा, वाहिगुरू जी की फतेह।